ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੀ ਅੱਜ ਵਿਚਾਰ ਕਰਾਂਗੇ ਜੋ ਜਗਤ ਦੇ ਵਿੱਚ, ਖਾਸ ਕਰਕੇ ਆਪਣੇ ਹਿੰਦੁਸਤਾਨ ਦੇ ਵਿੱਚ ਤਕਰੀਬਨ ਸਾਰਿਆਂ ਦੇ ਵਿੱਚ ਇੱਕ ਬੜਾ ਵੱਡਾ ਵਹਿਮ ਭਰਮ ਭੁਲੇਖਾ ਚੱਲ ਰਿਹਾ ਹੈ ਕਿ ਮਾਲਾ ਫੇਰਨੀ ਚਾਹੀਦੀ ਹੈ ਕਿ ਨਹੀਂ, ਮਾਲਾ ਨਾਲ ਸਿਮਰਨ ਕੀਤਾ ਇਹਦਾ ਕੁਝ ਲਾਭ ਹੁੰਦਾ ਹੈ ਕਿ ਨਹੀਂ। ਕਿਉਂਕਿ ਕਈ ਮਤਾਂ ਦੇ ਵਿੱਚ ਹੈ ਮਾਲਾ ਫੇਰਨੀ ਚਾਹੀਦੀ ਹੈ, ਕਈ ਮਤਾਂ ਵਿੱਚ ਹੈ ਮਾਲਾ ਨਹੀਂ ਫੇਰਨੀ ਚਾਹੀਦੀ। ਆਓ ਵਿਚਾਰ ਕਰਾਂਗੇ, ਕਿਉਂਕਿ ਆਪਾਂ ਬਚਨ ਲੈਂਦੇ ਹਾਂ ਮਾਲਾ ਫੇਰਨ ਦੀ ਗੱਲ ਕਰੀਏ ਤੇ ਮਹਾਂਪੁਰਸ਼ ਕਹਿੰਦੇ ਨੇ ਮਾਲਾ ਨਾਲ ਨਾਮ ਜਪੋ, ਇੰਨੇ ਮਣਕਿਆਂ ਦੀ ਮਾਲਾ, ਇੰਨੀ ਵਾਰ ਮਾਲਾ ਫੇਰੋ। ਤੇ ਦੂਜੇ ਪਾਸੇ ਆਪਾਂ ਜਦੋਂ ਬਾਣੀ ਦੇ ਤਰਕ ਤੇ ਆਧਾਰ ਤੇ ਗੱਲ ਕਰਦੇ ਹਾਂ, ਫਿਰ ਬਾਣੀ ਕਹਿੰਦੀ ਹੈ, ਕਿਉਂਕਿ ਕਬੀਰ ਸਾਹਿਬ ਦਾ ਇੱਕ ਸ਼ਲੋਕ ਲੈ ਲਿਆ ਆਪਾਂ, ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੈ ਲੋਏ, ਹਿਰਦੈ ਰਾਮ ਨਾ ਚੇਤੀ ਇਹ ਜਪਨੀ ਕਿਆ ਹੋਈ। ਜਪਨੀ ਕਹਿੰਦੇ ਨੇ ਮਾਲਾ, ਸਿਮਰਨਾ। ਹੁਣ ਭਗਤ ਕਬੀਰ ਸਾਹਿਬ ਦੇ ਇਸ ਸ਼ਬਦ ਰਾਹੀਂ ਵਿਚਾਰ ਕਰਕੇ ਆਪਾਂ ਕਹਿੰਦੇ ਮਾਲਾ ਨਹੀਂ ਫੇਰਨੀ ਚਾਹੀਦੀ। ਪੜ੍ਹ ਲੈਂਦੇ ਆ ਨਾ। ਗੁਰੂ ਸਾਹਿਬ ਬੇਨਤੀ ਹੈ, ਕਿਰਪਾ ਕਰਕੇ ਇਹਨੂੰ ਧਿਆਨ ਨਾਲ ਸਮਝਿਓ ਵੀ ਬਾਬੇ ਕਬੀਰ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਨਾ ਵੀ ਮਾਲਾ ਨਹੀਂ ਫੇਰਨੀ ਚਾਹੀਦੀ, ਇਹਦੇ ਪਿੱਛੇ ਬੜਾ ਵੱਡਾ ਰਾਜ ਹੈ। ਜੇ ਆਪਾਂ ਉਸ ਨੂੰ ਜਾਣ ਲਈਏ ਨਾ, ਫਿਰ ਸਮਝ ਪੈ ਜਾਵੇਗੀ ਮਾਲਾ ਫੇਰਨੀ ਹੈ ਕਿ ਨਹੀਂ ਫੇਰਨੀ, ਸਿਮਰਨ ਮਾਲਾ ਦੇ ਨਾਲ ਇਹਦਾ ਲਾਭ ਹੈ ਕਿ ਨਹੀਂ ਹੈ। ਕਿਉਂਕਿ ਸਮਾਂ ਬਣਿਆ ਹੋਵੇਗਾ, ਕਬੀਰ ਸਾਹਿਬ ਨੇ ਖੁਦ ਮਾਲਾ ਫੇਰੀ ਹੋਵੇਗੀ, ਮਾਲਾ ਫੇਰੀ ਹੋਵੇਗੀ। ਉਸ ਤੋਂ ਬਾਅਦ ਉਹਨਾਂ ਨੇ ਫਿਰ ਜਵਾਬ ਵੀ ਦਿੱਤਾ, ਨਾ ਵੀ ਕੀਤਾ ਵੀ ਮਾਲਾ ਨਹੀਂ ਫੇਰਨੀ ਚਾਹੀਦੀ। ਹੁਣ ਗੱਲ ਇਹ ਹੈ ਵੀ ਮਾਲਾ ਕਦੋਂ ਫੇਰਨੀ ਚਾਹੀਦੀ ਹੈ, ਮਾਲਾ ਕਦੋਂ ਨਹੀਂ ਫੇਰਨੀ ਚਾਹੀਦੀ। ਸਿਮਰਨ ਦੇ ਨਾਲ ਕਦੋਂ ਕਰਨਾ ਚਾਹੀਦਾ ਹੈ, ਸਿਮਰਨ ਨਾਲ ਕਦੋਂ ਨਹੀਂ ਕਰਨਾ ਚਾਹੀਦਾ। ਆ ਧਿਆਨ ਨਾਲ ਸੁਣਿਓ, ਬਾਬਾ ਕਬੀਰ ਸਾਹਿਬ ਨੇ ਮਾਲਾ ਫੇਰੀ ਹੋਵੇਗੀ, ਮਾਲਾ ਫੇਰਦਿਆਂ ਨਾ ਪਿਆਰਿਓ, ਜਦੋਂ ਇਹ ਅਵਸਥਾ ਬਣ ਗਈ ਨਾ ਵੀ ਹੁਣ ਮਾਲਾ ਦੀ ਲੋੜ ਨਹੀਂ ਹੈ, ਹੁਣ ਆਪਣੇ ਆਪ ਹੀ ਪਤਾ ਲੱਗ ਜਾਂਦਾ ਹੈ ਸਿਮਰਨ ਕਰਨਾ ਜ਼ਰੂਰੀ ਹੈ। ਕਿਉਂਕਿ ਸ਼ਬਦ ਪੜ੍ਹਦੇ ਹੋ ਨਾ, ਵੇਖੋ ਮਾਲਾ ਫੇਰੀ ਹੋਵੇਗੀ ਪਹਿਲਾਂ, ਉਹ ਆਪ ਹੀ ਕਹਿ ਰਹੇ ਨੇ, ਮੈਂ ਨਹੀਂ ਕਹਿ ਰਿਹਾ ਜੀ। ਬਾਬੇ ਕਬੀਰ ਸਾਹਿਬ ਦਾ ਜੀਵਨ ਪਿਆਰਿਓ ਇਸ ਤਰ੍ਹਾਂ ਦਾ ਹੈ ਵੀ ਆਪ ਹੀ ਦੱਸਿਆ ਸਾਰਾ ਕੁਝ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਪਹਿਲਾ ਬਚਨ ਉਹਨਾਂ ਦਾ ਪੜ੍ਹੋ। ਪਹਿਲੇ ਬਚਨ ਵਿੱਚ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਪਹਿਲਾਂ ਮਾਲਾ ਫੇਰੀ ਹੋਵੇਗੀ ਤਾਂ ਹੀ ਉਹਨਾਂ ਨੇ ਕਹਿਣਾ ਕੀਤਾ ਵੀ ਹੁਣ ਮੈਨੂੰ ਮਾਲਾ ਦੀ ਲੋੜ ਨਹੀਂ ਹੈ। ਕਿਉਂ ਜੀ? ਕਿਉਂਕਿ ਕਹਿੰਦੇ ਨੇ ਹੁਣ ਮੇਰੀ ਜੀਭਾ ਹੈ ਨਾ, ਉਹੀ ਸਿਮਰਨਾ ਬਣ ਗਈ, ਇਹੀ ਸਿਮਰਨਾ ਬਣ ਗਈ ਹੈ। ਕਬੀਰ ਮੇਰੀ ਸਿਮਰਨੀ, ਹੁਣ ਸਿਮਰਨੀ ਕੀ ਬਣ ਗਈ? ਮਾਲਾ ਬਣ ਗਈ। ਕੀ ਬਣ ਗਈ ਜੀ? ਰਸਨਾ ਉਪਰ ਰਾਮ। ਰਸਨਾ ਦੇ ਉੱਪਰ ਰਾਮ ਆ ਗਿਆ, ਕਹਿਣ ਲੱਗੇ ਮਾਲਾ ਬਣ ਗਈ। ਤੇ ਕਹਿਣ ਲੱਗੇ ਜਦੋਂ ਸਿਮਰਨਾ ਹੀ ਮੇਰੀ ਜੀਭ ਬਣ ਗਈ ਹੈ, ਫਿਰ ਮੈਨੂੰ ਆ ਲੱਕੜ ਦੀ ਮਾਲਾ ਦੇ ਮਣਕੇ ਫੇਰਨ ਦੀ ਕੀ ਲੋੜ ਹੈ? ਕਿਉਂਕਿ ਅਵਸਥਾ ਹੈ ਗੁਰੂ ਸਵਾਰਿਓ। ਜਦੋਂ ਅਵਸਥਾ ਬਣ ਜਾਵੇ ਨਾ, ਆਪਣੇ ਆਪ ਨਾਮ ਜਪਿਆ ਜਾਵੇ, ਸਿਮਰਨ ਚੱਲਦਾ ਰਹੇ, ਫਿਰ ਮਾਲਾ ਫੇਰਨ ਦੀ ਲੋੜ ਨਹੀਂ ਹੈ। ਫਿਰ ਮਾਲਾ ਫੇਰ ਕੇ ਕੀ ਕਰਨਾ? ਹਾਂ, ਜਰੀਆ ਹੈ, ਤਰੀਕਾ ਹੈ ਗੁਰੂ ਸਾਹਿਬ। ਵੇਖੋ, ਸਿਮਰਨ ਆਰੰਭ ਕਰਨਾ, ਮਾਲਾ ਤੋਂ ਕਰ ਲਓ, ਕੋਈ ਹਰਜਾ ਨਹੀਂ, ਕੋਈ ਹਰਜਾ ਨਹੀਂ। ਆ ਜਵਾਬ ਸੁਣਿਓ, ਕਦੋਂ ਮਾਲਾ ਫੇਰਨੀ ਚਾਹੀਦੀ ਹੈ? ਜਦੋਂ ਮਨ ਨਾ ਜੁੜੇ, ਜਦੋਂ ਤਰੀਕਾ ਨਾ ਲੱਭੇ, ਉਦੋਂ ਮਾਲਾ ਫੇਰਨੀ ਸ਼ੁਰੂ ਕਰ ਦਿਓ। ਕੱਲਾ ਕੱਲਾ ਮਣਕਾ ਫੇਰ ਕੇ ਕਹੋਗੇ ਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਾਂ ਮੂਲ ਮੰਤਰ ਦਾ ਜਾਪ। ਸੋ ਇਹ ਤਿਆਰੀ ਹੈ। ਕਈ ਉਦਾਹਰਨਾਂ ਹਨ। ਜਦੋਂ ਪਿਆਰੋ ਆਪਾਂ ਸਾਰੇ ਜਿੰਨੇ ਵੀ ਆਪ ਵਿਚਾਰ ਸੁਣੋਗੇ, ਕਦੇ ਧਿਆਨ ਦਿਆ ਜੇ, ਜਦੋਂ ਆਪਾਂ ਛੋਟੇ ਹੁੰਦੇ ਸਾਂ, ਸਾਈਕਲ ਸਿੱਖਦੇ ਸਾਂ, ਪਿਆਰੋ ਕਿਹੜਾ ਬੱਚਾ ਹੈ ਜਿਹਨੇ ਪਹਿਲੇ ਦਿਨ ਹੀ ਸਾਈਕਲ ਦੇ ਉੱਪਰ ਚੜ੍ਹ ਕੇ ਸਾਈਕਲ ਚਲਾ ਲਿਆ ਹੋਵੇ? ਨਹੀਂ ਪਿਆਰੋ, ਪਹਿਲਾਂ ਤੇ ਉਹਨੂੰ ਮਸਾਂ ਸਾਈਕਲ ਪਕੜਨਾ ਹੀ ਹੁੰਦਾ ਸੀ। ਫਿਰ ਪਿਆਰੋ ਸਾਈਕਲ ਦੀ ਉਹ ਕਹਿੰਦੇ ਸਾਂ ਕੈਂਚੀ ਸਿੱਖਦਾ ਹੈ ਜੀ, ਕੈਂਚੀ ਚਲਾਉਂਦਾ ਸੀ। ਕੈਂਚੀ ਤੋਂ ਬਾਅਦ ਫਿਰ ਜਦੋਂ ਉੱਪਰ ਆ ਜਾਂਦਾ, ਫਿਰ ਕਹਿੰਦਾ ਡੰਡੇ ਤੇ ਆ ਗਿਆ ਜੀ। ਉਹ ਡੰਡੇ ਤੋਂ ਬਾਅਦ ਜਾ ਕੇ ਪਿਆਰੋ ਕਿਤੇ ਗੱਦੀ ਮਿਲਦੀ ਸੀ, ਕਾਠੀ ਮਿਲਦੀ ਸੀ ਨਾ, ਕਹਿੰਦਾ ਹੁਣ ਕਾਠੀ ਚਲਾ ਲੈਂਦੇ ਆ। ਧਿਆਨ ਦੇਣਾ ਪਿਆਰੋ, ਜਦੋਂ ਕੈਂਚੀ ਤੇ ਸੀ ਨਾ, ਤੇ ਕਈ ਵਾਰੀ ਪਜਾਮਾ ਫਸ ਜਾਣਾ, ਕੱਪੜੇ ਮੈਲੇ ਹੋ ਜਾਣੇ, ਘਰੋਂ ਮਾਰ ਵੀ ਪੈਣੀ।
ਉਹ ਕੈਂਚੀ ਤੋਂ ਡੰਡਾ, ਡੰਡੇ ਤੋਂ ਕਾਠੀ। ਇਸੇ ਤਰ੍ਹਾਂ ਹੀ ਪਿਆਰੋ ਬੰਦੇ ਦੇ ਸਿਮਰਨ ਦਾ ਜੀਵਨ ਹੈ। ਪਹਿਲਾਂ ਕਾਠ ਦੀ ਮਾਲਾ, ਪਹਿਲਾਂ ਮਾਲਾ ਫੇਰਨੀ, ਹੌਲੀ ਹੌਲੀ ਸਿਮਰਨ ਕਰਨਾ, ਮੱਤ ਲੈਣੀ ਬੁੱਧੀ ਜੀਵਾਂ ਕੋਲੋਂ, ਫਿਰ ਹੌਲੀ ਹੌਲੀ ਚੱਲਣਾ। ਇਹ ਸਮਝ ਲਓ ਵੀ ਹਾਲੇ ਤਾਂ ਕਈਆਂ ਨੂੰ ਤਾਂ ਮਾਲਾ ਪਕੜਨੀ ਨਹੀਂ ਆਈ ਵਿਚਾਰਿਆਂ ਨੂੰ, ਜਿਵੇਂ ਸਾਈਕਲ ਨਹੀਂ ਪਕੜਨਾ ਆਉਂਦਾ, ਪਰ ਜਦੋਂ ਪਕੜਨੀ ਆ ਗਈ ਕਹਿ ਲਓ ਕੈਂਚੀ ਤੇ ਆ ਗਏ, ਜਦੋਂ ਫੇਰਨੀ ਆ ਗਈ ਸਮਝ ਲਓ ਫਿਰ ਪਿਆਰੋ ਡੰਡੇ ਤੇ ਆ ਗਏ। ਤੇ ਹੁਣ ਜਦੋਂ ਲੋੜ ਹੀ ਨਹੀਂ ਪਿਆਰੋ ਮਾਲਾ ਦੀ, ਸਿਮਰਨ ਆਪਣੇ ਆਪ ਚੱਲ ਪਏ, ਫਿਰ ਗੱਦੀ ਮਿਲਦੀ ਹੈ ਜਾ ਕੇ ਜੀ। ਹੁਣ ਇੱਕ ਸਾਈਕਲ ਵਾਲੀ ਗੱਦੀ ਹੈ, ਇੱਕ ਗੱਦੀ ਉਹ ਹੈ ਜਿਹੜੀ ਸਿਮਰਨ ਵਾਲਿਆਂ ਦੀ, ਉਹ ਗੱਦੀ ਮਿਲ ਗਈ। ਸੋ ਬਾਬਾ ਕਬੀਰ ਸਾਹਿਬ ਕਹਿਣ ਲੱਗੇ ਜਦੋਂ ਮੇਰੀ ਰਸਨਾ ਹੀ ਬਣ ਗਈ ਸਿਮਰਨਾ, ਮੈਨੂੰ ਮਾਲਾ ਦੀ ਲੋੜ ਹੀ ਨਹੀਂ, ਸਿਰ ਸਿਮਰਨ ਦੀ ਲੋੜ ਨਹੀਂ ਹੈ। ਇਹ ਜੀਵਨ ਵਿੱਚ ਵਾਪਰਿਆ ਜੀ ਉਹਨਾਂ ਦੇ। ਵੇਖੋ ਭਗਤ ਕਬੀਰ ਸਾਹਿਬ ਦੇ ਜੀਵਨ ਵਿੱਚ ਇੱਕ ਬੜੀ ਪਿਆਰੀ ਵਾਰਤਾ। ਪਹਿਲਾਂ ਆਪਣੇ ਉਹਨਾਂ ਦੇ ਸ਼ਲੋਕ ਪੜ੍ਹੋ। ਆਪਣੇ ਸ਼ਲੋਕਾਂ 'ਚ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਕਿ ਰੱਬ ਨੂੰ ਪੁਕਾਰੋ, ਉੱਚੀ ਉੱਚੀ ਆਵਾਜ਼ਾਂ ਮਾਰੋ। ਕਬੀਰ ਕਿਸੋ ਕਿਸੋ ਕੂਕੀਐ ਨਾ ਸੋਈਐ ਸਾਰ। ਉਹ ਕਹਿੰਦੇ ਨੇ ਰਾਤ ਦਿਵਸ ਕੇ ਕੂਕ ਨੇ ਕਬੂ ਕੇ ਸੁਣਿਆ ਪੁਕਾਰ। ਕਦੀ ਤੇ ਪ੍ਰਮਾਤਮਾ ਪੁਕਾਰ ਸੁਣੇਗਾ ਨਾ, ਕਿਸੋ ਕਿਸੋ ਕੂਕੀਆ, ਉੱਚੀ ਉੱਚੀ ਉਹਨੂੰ ਪੁਕਾਰੋ। ਕਦੀ ਤੇ ਅਰਦਾਸ ਸੁਣੇਗਾ ਨਾ, ਕਦੀ ਤੇ ਬੇਨਤੀ ਸੁਣੇਗਾ। ਨਾ ਸੋਈਐ ਸਾਰ, ਰਾਤ ਦਿਵਸ, ਰਾਤ ਦਿਨ, ਰਾਤ ਦਿਵਸ ਕੇ ਕੂਕ ਨੇ, ਦਿਨ ਰਾਤ ਕੂਕਣ ਤੇ ਕਬੂ ਕੇ ਸੁਣਿਆ ਪੁਕਾਰ। ਕਦੇ ਤੇ ਬੇਨਤੀ ਸੁਣੇਗਾ, ਪੁਕਾਰ ਸੁਣੇਗਾ। ਹੁਣ ਉਹੀ ਕਬੀਰ ਹੈ ਜਿਹੜਾ ਇੱਥੇ ਕਹਿ ਰਹੇ ਹਨ ਕਬੀਰ ਸਾਹਿਬ ਕਿ ਉਸ ਪਰਮਾਤਮਾ ਨੂੰ ਉੱਚੀ ਉੱਚੀ ਪੁਕਾਰੋ। ਤੇ ਬਾਅਦ ਵਿੱਚ ਸ਼ਲੋਕ ਵਿੱਚ ਆਪ ਹੀ ਪਤਾ ਕੀ ਕਹਿੰਦੇ ਨੇ? ਕਹਿੰਦੇ ਨੇ ਰੱਬ ਨੂੰ ਉੱਚੀ ਉੱਚੀ ਪੁਕਾਰਨ ਦੀ ਲੋੜ ਨਹੀਂ ਹੈ। ਤੂੰ ਚੁਬਾਰਿਆਂ ਤੇ ਚੜ ਕੇ ਆਵਾਜ਼ਾਂ ਮਾਰਦਾ ਰੱਬ ਨੂੰ, ਰੱਬ ਦੂਰ ਥੋੜੀ ਹੈ। ਵੇਖੋ ਉਹੀ ਕਹਿੰਦੇ ਨੇ ਕਬੀਰ ਮੁਲਾ ਮਨਾਰੇ ਕਿਆ ਚੜ੍ਹੈ, ਕਿਉਂ ਉੱਪਰ ਚੁਬਾਰਿਆਂ ਤੇ ਚੜਿਆ ਫਿਰਦਾ? ਸਾਈਂ ਨਾ ਬਹਿਰਾ ਹੋਏ, ਉਹ ਕੋਈ ਗੂੰਗਾ ਬਹਿਰਾ ਹੈ, ਉਹ ਕੋਈ ਬੋਲਾ ਹੈ ਪਰਮਾਤਮਾ। ਸਾਈਂ ਨਾ ਬਹਿਰਾ ਹੋਏ, ਉਹ ਕੋਈ ਬਹਿਰਾ ਹੈ। ਕਹਿਣ ਲੱਗੇ ਫਿਰ ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਅਜੇ ਇਹਨੂੰ ਬਾਂਗਾਂ ਦਿੰਦਾ, ਆਵਾਜ਼ਾਂ ਮਾਰਦਾ ਨਾ, ਉਹ ਦੂਰ ਨਹੀਂ ਹੋ ਤੇ ਤੇਰੇ ਅੰਦਰ ਬੈਠਾ ਹੈ, ਦਿਲ ਵਿੱਚ ਬੈਠਾ, ਦਿਲ ਹੀ ਭੀਤਰ ਜੋਏ, ਉਹ ਤੇ ਤੇਰੇ ਅੰਦਰ ਬੈਠਾ ਹੈ। ਇਸ ਕਰਕੇ ਉਹਨੂੰ ਉੱਚੀ ਉੱਚੀ ਆਵਾਜ਼ਾਂ ਮਾਰਨ ਦੀ ਲੋੜ ਨਹੀਂ। ਵੇਖੋ ਅਵਸਥਾ ਸੀ ਜੀ, ਪਹਿਲਾਂ ਅਵਸਥਾ ਇਹ ਸੀ ਰੱਬ ਨੂੰ ਉੱਚੀ ਉੱਚੀ ਪੁਕਾਰੀਏ ਤਾਂ ਮਿਲੇਗਾ। ਜਦੋਂ ਸਮਝ ਪੈ ਗਈ ਕਿ ਹੁਣ ਉੱਚੀ ਆਵਾਜ਼ਾਂ ਮਾਰਨ ਦੀ ਲੋੜ ਨਹੀਂ, ਉਹ ਸਹਿਜ ਨਾਲ ਹੀ ਮਿਲ ਜਾਂਦਾ, ਉਹ ਤੇ ਅੰਦਰ ਹੀ ਬੈਠਾ। ਇਸ ਕਰਕੇ ਗੁਰੂ ਸਾਹਿਬ ਇਹ ਅਵਸਥਾ ਹੈ, ਪਹਿਲਾਂ ਸਿਮਰਨ ਹੈ ਤੇ ਸਿਮਰਨ ਤੋਂ ਬਾਅਦ ਜਦੋਂ ਪਿਆਰੋ ਆਪਣੇ ਆਪ ਸਮਾਂ ਬਣ ਜਾਵੇ ਫਿਰ ਸਿਮਰਨ ਦੀ ਲੋੜ ਨਹੀਂ। ਜਦੋਂ ਰਸਨਾ ਬਣ ਗਈ ਸਿਮਰਨ, ਫਿਰ ਸਿਮਰਨ ਦੀ ਕੀ ਲੋੜ ਹੈ? ਕਿਸੇ ਮਹਾਂਪੁਰਸ਼ ਕੋਲ ਇੱਕ ਸੱਜਣ ਆਇਆ, ਉਹ ਕਹਿੰਦਾ ਜੀ ਕਬੀਰ ਸਾਹਿਬ ਨੇ ਤੇ ਇਹ ਕਿਹਾ ਵੀ ਮਾਲਾ ਦੀ ਲੋੜ ਨਹੀਂ, ਕਬੀਰ ਸਾਹਿਬ ਨੇ ਤਾਂ ਮਾਲਾ ਛੱਡ ਦਿੱਤੀ। ਮਹਾਂਪੁਰਸ਼ ਕਹਿਣ ਲੱਗੇ ਕਬੀਰ ਸਾਹਿਬ ਨੇ ਮਾਲਾ ਤਾਂ ਛੱਡੀ ਕਿਉਂਕਿ ਉਹਨਾਂ ਦੀ ਜੀਭ ਸਿਮਰਨਾ ਬਣ ਗਈ, ਤੇ ਜਦੋਂ ਸਿਮਰਨਾ ਬਣ ਗਈ ਜੀ ਫਿਰ ਮਾਲਾ ਦੀ ਲੋੜ ਨਹੀਂ। ਮਾਲਾ ਤੂੰ ਵੀ ਛੱਡ ਦਿੱਤੀ, ਦੱਸ ਤੇਰੀ ਜੀਭਾ ਸਿਮਰਨਾ ਬਣ ਗਈ ਹੈ? ਜੇ ਤੇ ਬਣ ਗਈ ਹੈ ਭਾਈ ਫਿਰ ਤਾਂ ਲੋੜ ਨਹੀਂ। ਤੇ ਜੇ ਕਹਿਣ ਲੱਗੇ ਕੱਲਾ ਸ਼ਬਦ ਪੜ੍ਹ ਕੇ ਹੀ ਆ ਗਏ, ਕਿਉਂਕਿ ਪਿਆਰੋ ਆਪਾਂ ਸ਼ਬਦ ਪੜ੍ਹਦੇ ਤੇ ਸੁਣਦੇ ਹੀ ਹਾਂ, ਹਾਲੇ ਤੱਕ ਪਿਆਰੋ ਆਪਾਂ ਸ਼ਬਦਾਂ ਦੇ ਅਰਥ ਉਹਨਾਂ ਦੇ ਭਾਵ ਦੇ ਵਿੱਚ ਨਹੀਂ ਪਏ। ਜਦੋਂ ਅਰਥਾਂ ਭਾਵਾਂ ਵਿੱਚ ਪੈ ਜਾਵਾਂਗੇ ਪਿਆਰੋ ਫੇਰ ਪਾਰ ਉਤਾਰਾ ਹੈ। ਵੇਖੋ ਆਪਾਂ ਕਿੰਨਾ ਪੜ੍ਹ ਲਿਆ, ਸੁਣ ਲਿਆ, ਗਾ ਲਿਆ। ਮਹਾਰਾਜ ਪਤਾ ਕੀ ਕਹਿੰਦੇ ਨੇ? ਕਹਿੰਦੇ ਇੱਕ ਕੰਮ ਕਰੋ ਗੁਰੂ ਕੇ ਸਿੱਖੋ, ਹੁਣ ਜ਼ਰੂਰਤ ਹੈ। ਕੀ ਜ਼ਰੂਰਤ ਹੈ? ਕਹਿੰਦੇ ਨੇ ਗਾਵੀਐ ਗਾਵੋ ਵੀ, ਸੁਣੀਐ ਸੁਣੋ ਵੀ। ਗਾਵੀਐ ਸੁਣੀਐ ਪਰ ਗਾ ਸੁਣ ਕੇ ਨਾ ਮਨ ਰੱਖੀਐ ਭਾਉ। ਹੁਣ ਭਾਵਨਾ ਬਣਾਉਣ ਦੀ ਲੋੜ ਹੈ। ਜਦੋਂ ਭਾਵਨਾ ਬਣਾਵਾਂਗੇ ਨਾ ਉਦੋਂ ਫਿਰ ਪਾਰ ਉਤਾਰਾ। ਸੋ ਇਸ ਕਰਕੇ ਸਿਮਰਨ ਦੀ ਲੋੜ ਜ਼ਰੂਰੀ ਹੈ ਪਿਆਰੋ। ਜਦੋਂ ਸਾਡਾ ਸਿਮਰਨ ਨਹੀਂ ਚੱਲਿਆ, ਜਦੋਂ ਸਿਮਰਨ ਚੱਲ ਪਿਆ ਫਿਰ ਮਾਲਾ ਦੀ ਲੋੜ ਨਹੀਂ ਪਿਆਰੋ, ਫਿਰ ਜੀਭਾ ਹੀ ਮਾਲਾ ਬਣ ਜਾਂਦੀ ਹੈ। ਇਸ ਕਰਕੇ ਮਾਲਾ ਉਦੋਂ ਤੱਕ ਜ਼ਰੂਰੀ ਹੈ ਜਦੋਂ ਤੱਕ ਸਿਮਰਨ ਦੀ ਆਰੰਭਤਾ ਨਹੀਂ ਹੋਈ, ਸਿਮਰਨ ਨਹੀਂ ਚੱਲਿਆ, ਆਪ ਮੁਹਾਰੇ ਚੱਲਿਆ ਨਹੀਂ। ਤੇ ਜਦੋਂ ਸਿਮਰਨ ਆਪ ਮੁਹਾਰੇ ਚੱਲ ਪਵੇ ਉਦੋਂ ਫਿਰ ਪਿਆਰੋ ਮਾਲਾ ਦੀ ਲੋੜ ਨਹੀਂ ਪੈਂਦੀ। ਆ ਵੇਖਦੇ ਨਾ, ਪਹਿਲਾਂ ਆਪਾਂ ਗੁਟਕਾ ਹੱਥ 'ਚ ਪਕੜ ਕੇ ਗੁਟਕਾ ਸਾਹਿਬ ਤੋਂ ਪਾਠ ਕਰਦੇ ਹਾਂ, ਤੇ ਜਦੋਂ ਸਾਨੂੰ ਜ਼ਬਾਨੀ ਕੰਠ ਹੋ ਜਾਂਦਾ ਫਿਰ ਗੁਟਕੇ ਦੀ ਲੋੜ ਹੀ ਨਹੀਂ ਪੈਂਦੀ, ਫਿਰ ਆਪਣੇ ਆਪ ਚੱਲਦਾ ਹੈ ਨਾ। ਉਹੀ ਉਦਾਹਰਣ ਪਿਆਰੋ, ਸਾਈਕਲ ਵਾਲਾ ਪਹਿਲਾਂ ਧਿਆਨ ਨਾਲ ਕੈਂਚੀ ਚਲਾਉਂਦਾ, ਫਿਰ ਧਿਆਨ ਨਾਲ ਡੰਡਾ ਚਲਾਉਂਦਾ, ਫਿਰ ਧਿਆਨ ਨਾਲ ਕਾਠੀ ਤੇ ਵੀ ਆ ਜਾਂਦਾ, ਤੇ ਜਦੋਂ ਪਿਆਰੋ ਕਾਠੀ ਤੇ ਆ ਜਾਂਦਾ ਫਿਰ ਧਿਆਨ ਵੀ ਹਟਾ ਦਿੰਦਾ ਸਾਰਾ, ਵੀ ਹੁਣ ਲੋੜ ਨਹੀਂ, ਫਿਰ ਧਿਆਨ ਦੀ ਲੋੜ ਨਹੀਂ। ਇਸੇ ਤਰ੍ਹਾਂ ਪਿਆਰੋ ਮਾਲਾ ਦੀ ਉਦੋਂ ਤੱਕ ਲੋੜ ਹੈ ਜਦੋਂ ਪਿਆਰੋ ਆਪਾਂ ਸ਼ੁਰੂ ਕਰਨਾ, ਆਰੰਭ ਕਰਨਾ, ਉਹਦੇ ਤੋਂ ਬਾਅਦ ਲੋੜ ਨਹੀਂ। ਕਬੀਰ ਸਾਹਿਬ ਸਮਝਾਉਣਾ ਚਾਹੁੰਦੇ ਨੇ ਜਦੋਂ ਤੁਹਾਡਾ ਆ ਜਿਹੜੀ ਜੀਭਾ ਹੈ, ਆ ਤੁਹਾਡੀ ਜੀਭਾ ਸਿਮਰਨਾ ਬਣ ਗਈ ਫਿਰ ਮਾਲਾ ਦੀ ਲੋੜ ਨਹੀਂ।
इस करके भाई उन्होंने कहना किया, कबीर कठन जपनी काठ की आदि खिलावै लोए, हिरदै राम ना चेतीए जपनी क्या होए। हले तक माला ही ਲਈ ਫਿਰਦਾ, माला ही लैके तुरया फिरदा। इस करके कहना किया, वेख मैं भी जपी माला, पर थोड़े समय विच ही मेरी जीभ ही माला बन गई। कबीर कहन लगे, ये जिहड़ी जीभा है ना, सिमरना बना लै, फिर तेनों बाहर दियां माला की लोड़ नहीं पेगी। इस करके गुरु सारिओ, जीभा नूं माला बनाइए, सिमरन विच जुड़िए। जदों एक टेक ला के जपांगे ना, फिर वो सिमरन आप मुहारे चलदा। कोई भी कर लो, सतनाम कर लो, वाहिगुरू कर लो, एक ओंकार कर लो, मूल मंत्र का जाप, ਜਾਂ कोई बाणी पढ़ लो। जदों जीभा ते बैठ जाती है, फिर अपने आप चलती है। सो बाबा कबीर साहब किरपा करन, उन्हां दे जीवन विचों उदाहरणां सन। बाबा कबीर साहब जी अपने जीवन विचों किनका मात्र नाम का छिट्टा ही दे देण जी, ताकि साडा जीवन सफला हो सके। इन्हां विचारां नाल समाप्ति। बेअंत भुल्लां गलतियां दी माफ़ी। वाहिगुरू जी का खालसा, वाहिगुरू जी की फतेह।